ਲੱਗਦਾ ਕਿ 6 ਮਹੀਨੇ ਉਹ ਕੰਮ ਹੋ ਗਏ ਜਿਹੜੇ ਇਹ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ। ਹੁਣ ਤਾਂ ਪੰਜਾਬ ਦੇ ਵਿੱਚ ਕੰਮ ਨਹੀਂ ਬੋਲਦੇ, ਹੁਣ ਤਾਂ ਪੰਜਾਬ ਦੇ ਵਿੱਚ ਲੋਕ ਬੋਲਦੇ ਇਹਨਾਂ ਨੂੰ। ਉਹਦੇ ਚੋਂ 2 ਰਾਜ ਸਭਾ ਦੇ ਐਮਪੀ ਤਾਂ ਐਸੇ ਆ, ਮੈਂ ਗਰੰਟੀ ਨਾਲ ਕਹਿ ਸਕਦਾ ਕਿ 100 ਕਰੋੜ ਤੋਂ ਘੱਟ ਨਹੀਂ ਉਹਨਾਂ ਨੇ ਦਿੱਤਾ ਹੋਣਾ ਇਹਨਾਂ ਨੂੰ। ਤੁਹਾਡੀ ਸਰਪ੍ਰਸਤੀ ਹੇਠ ਚਿੱਟਾ ਪਿੰਡ 'ਚ ਵਿਕ ਰਿਹਾ, 20 ਲੱਖ ਰੁਪਏ ਉਹਨੂੰ ਰੈਨੋਵੇਟ ਕਰਨ ਤੇ ਲਾਤਾ। ਉਹ ਤਾਂ ਆਲਰੇਡੀ ਬਿਲਡਿੰਗਸ ਬਣੀਆਂ ਹੋਈਆਂ। ਸਭ ਤੋਂ ਵੱਡਾ ਕਰਪਸ਼ਨ ਉੱਥੇ, ਡਾਕਟਰ ਉੱਥੇ ਨਹੀਂ ਟਿਕ ਰਹੇ। ਜਿਹੜਾ ਜਿਹਨੂੰ ਸੋ ਕਾਲਡ ਦਿੱਲੀ ਮਾਡਲ ਕਹਿੰਦੇ ਆ, ਇਹ ਸਮਝਦੇ ਕਿ ਪੰਜਾਬ ਤੇ ਦਿੱਲੀ ਇੱਕੋ ਹੀ ਗੱਲ ਹੈ। ਮਾਈਨਿੰਗ ਪਾਲਿਸੀ, ਲੀਕਰ ਪਾਲਿਸੀ ਬੜੇ ਅਹਿਮ ਇਹ ਜਿਹੜੇ 2 ਪੁਆਇੰਟ ਹੈਗੇ ਨੇ। ਜਿਹੜੀ ਮਾਈਨਿੰਗ ਪਾਲਿਸੀ ਬਣਾਣੀ ਸੀ, ਅੱਜ ਉਹ ਹਾਈ ਕੋਰਟ 'ਚ ਮਾਈਨਿੰਗ ਪਾਲਿਸੀ ਦੀ ਸਟੇ ਲੱਗਾ ਹੋਇਆ, ਔਰ ਐਕਸਾਈਜ਼ ਪਾਲਿਸੀ ਤੇ ਵੀ ਪੰਜਾਬ ਤੇ ਸਟੇ ਲੱਗ ਗਿਆ। ਬੜੀ ਹੀ ਇਮੈਚੁਰਿਟੀ ਆ। ਪੰਜਾਬ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਇਹਨਾਂ 6 ਮਹੀਨਿਆਂ ਤੋਂ ਬਹੁਤ ਹੀ ਜ਼ਿਆਦਾ ਮਾਯੂਸ ਹੈ। ਪਰ BMW ਦੇ ਮਾਮਲੇ ਤੇ ਜਦੋਂ ਚਰਚਾ ਛਿੜੀ ਤਾਂ ਬੜੇ ਵੱਡੇ ਸਵਾਲ ਖੜੇ ਹੋ ਗਏ। ਮੈਂ ਤਾਂ ਕਹਿੰਦਾ ਵੀ ਸ਼ੁਕਰ ਆ ਪੰਜਾਬ ਦੇ ਪੈਸੇ ਬਚ ਗਏ। ਜੇਕਰ ਉਹਨਾਂ ਨੇ ਨਾ ਕਲੈਰੀਫਾਈ ਕੀਤੇ ਹੁੰਦੇ ਤਾਂ 30-40 ਕਰੋੜ ਦੀ ਉਹਨਾਂ ਨੇ ਐਡ ਹੀ ਦੇ ਦੇਣੀ ਸੀ, ਯੂ ਟਰਨ ਲੈ ਲੈਣਾ। ਤੇ ਮੈਂ ਸਮਝਦਾ ਕਿ ਅਸੀਂ ਇਹਨਾਂ ਲੋਕਾਂ ਤੋਂ ਕੀ ਉਮੀਦ ਕਰ ਸਕਦੇ ਕਿ ਸਾਨੂੰ ਵਿੱਤੀ ਪੈਕੇਜ ਦਿੱਤਾ ਜਾਵੇ, ਤੇ ਹੁਣ ਵਿੱਤੀ ਪੈਕੇਜ ਲੈਣ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਥੱਲੇ ਦਬਦੇ ਜਾ ਰਹੇ ਨੇ। ਇਹ ਭਾਰਤੀ ਜਨਤਾ ਪਾਰਟੀ ਦੀ B ਟੀਮ ਹੈ। MLA ਦੀ ਖਰੀਦੋ ਫਰੋਖਤ ਦੀ ਚਰਚਾ ਚੱਲ ਰਹੀ ਵੱਡੇ ਪੱਧਰ ਤੇ। ਇਹ ਬੜੀ ਵੈਲ ਸਕ੍ਰਿਪਟਡ ਸਟੋਰੀ ਹੈ। ਆ ਜਿਹੜਾ ਸਤੀਸ਼ ਅੰਗਰਾਲ ਇਹਨਾਂ ਦਾ ਬੋਲ ਰਿਹਾ ਜੋ ਵਿੱਚੀ ਨਾਲ ਹੀ ਦੱਬ ਦਿੰਦੇ ਆ। ਇਹ ਆਮ ਆਦਮੀ ਪਾਰਟੀ ਦਾ ਆਪਣਾ ਆਪਰੇਸ਼ਨ ਇੱਕ ਚੱਲ ਰਿਹਾ, ਇਹਨੂੰ ਕਹਿੰਦੇ ਆ ਆਪਰੇਸ਼ਨ ਲੁੱਟਸ ਆਫ ਪੰਜਾਬ। ਇਹ ਪੰਜਾਬ ਦੀ ਲੁੱਟ ਦਾ ਆਪਰੇਸ਼ਨ ਜਿਹੜਾ ਇਹ ਆਮ ਆਦਮੀ ਪਾਰਟੀ ਜਿਹੜੀ ਉਹ ਚਲਾ ਰਹੀ ਆ। ਮਿੱਥੀ ਸਾਜ਼ਿਸ਼ ਨਜ਼ਰ ਆ ਰਹੀ ਹੈ, ਬੜੇ ਗਿਣੇ ਮਿੱਥੇ ਹਿਸਾਬ ਨਾਲ ਕਰ ਰਹੇ ਭ੍ਰਿਸ਼ਟਾਚਾਰ 'ਚ ਮੈਂ ਸਮਝਦਾ ਕਿ ਜਿਹੜੇ ਇਹਨਾਂ ਦੇ ਆਪਣੇ ਮੰਤਰੀ ਜਿਹੜੇ ਆ, ਇਹਨਾਂ ਦੀ ਆਪਣੀ ਸਰਕਾਰ ਉਹ ਜ਼ਿਆਦਾ ਲਿਪਤ ਹੈ। ਜਿਹੜੇ ਸਾਬਕਾ ਰਹੇ ਨੇ, ਚਾਹੇ ਉਹ ਅਕਾਲੀ ਦਲ ਹੋ ਗਿਆ ਚਾਹੇ ਕਾਂਗਰਸ, ਕਹਿੰਦੇ ਉਹ ਆਪਣੇ ਗਿਰਬਾਨ ਦੇ ਵਿੱਚ ਝਾਤ ਮਾਰਨ। ਦੇਖੋ, ਉਹਨਾਂ ਨੂੰ ਆਪਣੇ ਗਿਰਬਾਨ 'ਚ ਝਾਕਣ ਦੀ ਲੋੜ ਨਹੀਂ ਆ। ਮਿਲਿਆ ਇਹਨਾਂ ਨੂੰ ਉਹਦੇ 'ਚ ਵੀ ਕੁਝ ਨਹੀਂ, ਤੇ ਮਿਲਣਾ ਮੈਨੂੰ ਲੱਗਦਾ ਵੀ ਅੱਗੇ ਵੀ ਕੁਝ ਨਹੀਂ। ਜੇ ਕੋਈ ਚੰਗੇ ਕੰਮ ਹੋਣਗੇ ਤਾਂ ਪੰਜਾਬ ਦਾ ਭਲਾ ਹੋਵੇਗਾ। ਕੋਈ ਸਲਾਹ ਦੇਣੀ ਚਾਹੋਗੇ? ਪੰਜਾਬ ਦੀ ਬਿਹਤਰੀ ਦੇ ਲਈ ਇੱਕ ਲਾਈਨ ਤੋਂ ਹਟ ਕੇ ਕਰਨਾ ਪਏਗਾ, ਤਾਂ ਹੀ ਜਿਹੜਾ ਪੰਜਾਬ ਦਾ ਭਲਾ ਹੋ ਸਕਦਾ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੀ ਸਿਆਸਤ ਵੱਖ-ਵੱਖ ਕਰਵਟਾਂ ਲੈ ਰਹੀ ਹੈ। ਇਸ ਵਕਤ ਬੜੇ ਅਹਿਮ ਮਸਲੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ। ਸਭ ਤੋਂ ਵੱਡੀ ਗੱਲ ਇਹ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਆਏ 6 ਮਹੀਨੇ ਹੋ ਗਏ, ਤੇ ਨਾਲ ਦੀ ਨਾਲ ਇਹ ਵੀ ਚਰਚਾ ਸੀ ਕਿ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਜਿਹੜੇ 6 ਮਹੀਨਿਆਂ ਦੇ ਅੰਦਰ ਪੂਰੇ ਹੋਣੇ ਸੀ। ਪਰ ਬਹੁਤ ਸਾਰੇ ਸਵਾਲ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੱਗੇ ਹੈਗੇ ਆ। ਅੱਜ ਅਸੀਂ ਗੱਲਬਾਤ ਕਰਨੀ ਹੈ ਰਾਜਕੁਮਾਰ ਚੱਬੇਵਾਲ ਹੋਰਾਂ ਨਾਲ। ਗੱਲਬਾਤ ਕਰਕੇ ਸਮਝਣਾ ਹੈਗਾ ਕਿ ਕਿਉਂਕਿ ਵਿਰੋਧੀ ਖੇਮੇ ਦੇ ਵਿੱਚ ਨੇ, ਬਹੁਤ ਸਾਰੀਆਂ ਚੀਜ਼ਾਂ ਨੇੜੇ ਤੋਂ ਦੇਖਣੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਇਹ ਦੇਖਣੀਆਂ ਹੁੰਦੀਆਂ ਕਿ ਸਰਕਾਰ ਕਿਹੜੇ ਕੰਮ ਕਰ ਰਹੀ ਸੀ, ਕਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ, ਕਿ ਉਹ ਵਾਅਦੇ ਵਫਾ ਹੋਏ ਜਾਂ ਨਹੀਂ ਹੋਏ। ਹੋਰ ਵੀ ਬਹੁਤ ਸਾਰੇ ਸਿਆਸੀ ਮਸਲੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਹੈ। ਚੱਬੇਵਾਲ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਤੇ ਸਭ ਤੋਂ ਅਹਿਮ ਸਵਾਲ ਇਹੀ ਕਿ 6 ਮਹੀਨੇ ਦਾ ਸਮਾਂ ਹੋ ਗਿਆ ਸਰਕਾਰ ਨੂੰ। ਲੱਗਦਾ ਕਿ 6 ਮਹੀਨੇ ਉਹ ਕੰਮ ਹੋ ਗਏ ਜਿਹੜੇ ਇਹ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ। ਔਰ ਦੂਸਰਾ, ਜੋ ਤੁਸੀਂ 6 ਮਹੀਨੇ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਅੱਜ ਤੁਸੀਂ ਨਿਊਜ਼ਪੇਪਰ ਦੇਖੇ ਹੋਣੇ ਆ, ਅਖਬਾਰ ਦੇਖੇ ਹੋਣੇ ਆ, ਤੇ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਇੱਕ ਇਸ਼ਤਿਹਾਰ ਦਿੱਤਾ ਗਿਆ, ਸਾਡੇ ਕੰਮ ਬੋਲਦੇ ਜਾਂ ਸਾਡਾ ਕੰਮ ਬੋਲਦਾ। ਤੇ ਮੈਂ ਇਹੀ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇ ਤੁਹਾਡੇ ਕੰਮ ਹੀ ਬੋਲਦੇ ਹੁੰਦੇ, ਫਿਰ ਆਪਾਂ ਇੰਨਾ ਪੈਸਾ ਜਿਹੜਾ ਇਸ਼ਤਿਹਾਰਾਂ ਤੇ ਲਾਇਆ ਉਹਦਾ ਲਾਉਣ ਦੀ ਲੋੜ ਹੀ ਨਹੀਂ। ਹੁਣ ਤਾਂ ਪੰਜਾਬ ਦੇ ਵਿੱਚ ਕੰਮ ਨਹੀਂ ਬੋਲਦੇ, ਹੁਣ ਤਾਂ ਪੰਜਾਬ ਦੇ ਵਿੱਚ ਲੋਕ ਬੋਲਦੇ ਇਹਨਾਂ ਨੂੰ ਵੀ ਭਾਈ ਤੁਹਾਨੂੰ ਅਸੀਂ ਇੰਨੇ ਹੀ ਮਤਲਬ ਵੱਡੇ ਬਹੁਮਤ ਦੇ ਨਾਲ ਜਿਤਾਇਆ, 92 ਸੀਟਾਂ ਲਿਆਂਦੀਆਂ, ਤੇ ਤੁਸੀਂ ਬਦਲਾਅ ਦੇ ਨਾਂ ਤੇ ਆਏ ਤਾਂ ਬਦਲਾਅ ਕੀ ਕੀਤਾ? ਔਰ ਇਹਨਾਂ ਦਾ ਸਭ ਤੋਂ ਵੱਡਾ ਵਾਅਦਾ ਸੀ ਕਿ ਅਸੀਂ ਜੀ ਕਰਪਸ਼ਨ ਜਿਹੜੀ ਹੈ, ਭ੍ਰਿਸ਼ਟਾਚਾਰ ਹੈ, ਉਹਨੂੰ ਨੱਥ ਪਾਵਾਂਗੇ। ਔਰ ਦੂਸਰਾ ਇਹਨਾਂ ਦਾ ਸੀ ਕਿ ਜੀ ਅਸੀਂ ਸਕੂਲਾਂ ਤੇ ਸਿਹਤ ਸੇਵਾਵਾਂ ਤੇ ਉਹਨੂੰ ਬਹੁਤ ਬਿਹਤਰ ਕਰਾਂਗੇ। ਔਰ ਤੁਸੀਂ ਜੇਕਰ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਪਹਿਲੀ ਗੱਲ ਤੇ ਆ ਜਾਈਏ, ਭ੍ਰਿਸ਼ਟਾਚਾਰ ਤੇ ਆ ਜਾਈਏ, ਮੇਰਾ ਖਿਆਲ ਕਿ ਇਹਨਾਂ ਨੇ 6 ਮਹੀਨੇ ਤਾਂ ਆਪਣਿਆਂ ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਫੜਫੜਾਈ ਤੇ ਹੀ ਮਤਲਬ ਬੇਕਾਰ ਕਰ ਲਏ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਆਪਣਾ ਨੇਤਾ ਫੜਿਆ, ਸਿੰਗਲਾ ਸਾਹਿਬ, ਉਹਦੀ ਆਡੀਓ ਨਹੀਂ ਅੱਜ ਤੱਕ ਮਿਲੀ, ਨਾ ਉਹਦੇ ਪੈਸੇ ਮਿਲੇ ਜਿਹੜੇ ਰਿਕਵਰੀ ਹੋਈ, ਤੇ ਜਿਹਦੀ ਉਹਨੂੰ ਵਿਚਾਰੇ ਨੂੰ ਸਸਪੈਂਡ ਕੀਤਾ, ਉਹਨੂੰ ਕੈਬਨਿਟ ਚੋਂ ਬਰਖਾਸਤ ਕੀਤਾ, ਜੇਲ੍ਹ 'ਚ ਰਿਹਾ। ਔਰ ਜਿਹਦੀ ਆਡੀਓ ਮਿਲੀ ਉਹਨੂੰ ਬਰਖਾਸਤ ਨਹੀਂ ਕਰ ਰਹੇ।
ਸੋ ਫੌਜਾ ਸਿੰਘ ਸਰਾਰੀ ਦੀ ਗੱਲ ਕਰੀਏ, ਸੋ ਕਰਪਸ਼ਨ ਜਿਹੜੀ ਹੈ, 6 ਜਿਹੜੇ ਆ ਰਾਜ ਸਭਾ ਦੇ ਐਮਪੀ, ਹੁਣ ਕਿੰਨੇ 7 ਹੋ ਗਏ ਸ਼ਾਇਦ, ਉਹਦੇ ਚੋਂ 2 ਰਾਜ ਸਭਾ ਦੇ ਐਮਪੀ ਤਾਂ ਐਸੇ ਆ, ਮੈਂ ਗਰੰਟੀ ਨਾਲ ਕਹਿ ਸਕਦਾ ਕਿ 100 ਕਰੋੜ ਤੋਂ ਘੱਟ ਨਹੀਂ ਉਹਨਾਂ ਨੇ ਦਿੱਤਾ ਹੋਣਾ ਇਹਨਾਂ ਨੂੰ। ਸੋ ਭ੍ਰਿਸ਼ਟਾਚਾਰ ਦੀ, ਕਿਹੜੇ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਆ? ਅੱਜ ਭ੍ਰਿਸ਼ਟਾਚਾਰ ਜਿਹੜਾ ਉਹ ਸਿਖਰਾਂ ਤੇ ਹੈ। ਅੱਜ ਜੇ ਮਾਈਨਿੰਗ ਦੀ ਗੱਲ ਕਰੀਏ, ਮਾਈਨਿੰਗ ਅੱਜ ਵੀ ਜਿਹੜੀ ਪੰਜਾਬ ਦੇ ਵਿੱਚ ਬੇਰੋਕ ਟੋਕ ਜਿਹੜੀ ਹੈ ਉਹ ਜਾਰੀ ਹੈ। ਔਰ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਹਿੰਦੁਸਤਾਨ ਦੇ ਵਿੱਚ ਪਹਿਲੀ ਐਸੀ ਸਰਕਾਰ ਹੈ ਜਿੱਥੇ ਹਾਈ ਕੋਰਟ ਨੇ ਇਹਨਾਂ ਨੂੰ ਫਟਕਾਰ ਲਗਾਈ ਕਿ ਭਾਈ ਬਾਰਡਰ ਏਰੀਆ ਦੇ ਵਿੱਚ ਬੰਦੇ ਬਣੋ, ਬਾਰਡਰ ਏਰੀਆ 'ਚ ਜਿਹੜੀ ਮਾਈਨਿੰਗ ਆ ਉਹ ਬੰਦ ਕਰੋ। ਪਰ ਹੁਣ ਵੀ ਸਾਡੇ ਜੇਕਰ ਹੁਸ਼ਿਆਰਪੁਰ ਦੀ ਗੱਲ ਵੀ ਕਰੀਏ, ਹੋਰ ਬਹੁਤ ਸਾਰੇ ਐਸੇ ਜਿਹੜੇ ਇਲਾਕੇ ਨੇ ਜਿੱਥੇ ਇਹਨਾਂ ਦੀ ਜਿਹੜੀ ਆ, ਇੱਕ ਮੌੜ ਤੋਂ ਪਿੱਛੇ ਮੈਂ ਇੱਕ ਇਹਨਾਂ ਦਾ ਵਿਧਾਇਕ ਦੇਖਿਆ ਸੀ, ਜਦੋਂ ਸੈਟਿੰਗ ਨਹੀਂ ਹੋਈ ਤਾਂ ਉਹ ਮਾਈਨਿੰਗ ਦੇ ਉੱਪਰ ਰੇਡ ਕਰਨ ਚਲਾ ਗਿਆ, ਔਰ ਜਦ ਕਿ ਉਹ ਜਿਹੜੀ ਮਤਲਬ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ। ਸੋ ਅਜਿਹੇ ਹਾਲਾਤ ਨੇ। ਮੌੜ ਦੇ ਮੈਂ ਇੱਕ ਮੈਨੂੰ ਪਿੰਡ ਦਾ ਨਾਮ ਨਹੀਂ ਯਾਦ ਆ ਰਿਹਾ, ਉਸ ਪਿੰਡ ਦੇ ਵਿੱਚ ਉੱਥੇ ਲੋਕਾਂ ਨੇ ਵਿਰੋਧ ਕੀਤਾ ਕਿ ਤੁਹਾਡੀ ਸਰਪ੍ਰਸਤੀ ਹੇਠ ਚਿੱਟਾ ਪਿੰਡ 'ਚ ਵਿਕ ਰਿਹਾ। ਲੋਕਾਂ ਨੇ ਸ਼ਰੇਆਮ ਕੈਮਰੇ ਤੇ ਆ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਚਿੱਟਾ ਵਿਕ ਰਿਹਾ। ਸੋ ਜੇ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ ਜਿਹੜੀ ਰਜਿਸਟਰੀ ਕੋ ਲੋਕ ਕਹਿੰਦੇ ਸੀ ਜੀ ਅਸੀਂ ਤਾਂ 10,000 ਦਿੰਦੇ ਪਹਿਲਾਂ, ਸਾਡੀ ਸਰਕਾਰ ਜਿਸ ਤੱਕ ਮੇਰੀ ਨੌਲੇਜ ਆ ਕਿ ਕੋਈ, ਜਿਸ ਤੱਕ ਸਾਡੀ ਨੌਲੇਜ 'ਚ ਹੁੰਦਾ ਸੀ, ਕੋਈ ਅਜਿਹਾ ਕੰਮ ਨਹੀਂ ਹੋਇਆ। ਪਰ ਇਹਨਾਂ ਦੀ ਸਰਕਾਰ 'ਚ ਰਜਿਸਟਰੀਆਂ ਦੇ ਰੇਟ ਜਿਹੜੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਸ਼ੁਰੂ 'ਚ 25,000 ਸੀ ਤੇ ਹੁਣ ਰਜਿਸਟਰੀ ਕਰਾਉਣ ਦਾ 35,000 ਰੁਪਈਆ ਲੱਗਦਾ। ਸੋ ਭ੍ਰਿਸ਼ਟਾਚਾਰ ਦੀ ਗੱਲ ਹੋ ਗਈ। ਭ੍ਰਿਸ਼ਟਾਚਾਰ ਤੋਂ ਬਾਅਦ ਇਹ ਕਹਿੰਦੇ ਸੀ ਜੀ ਜਿਹੜੀਆਂ ਤੁਹਾਡੀਆਂ ਸਿਹਤ ਸੇਵਾਵਾਂ ਜਿਹੜੀਆਂ ਪੰਜਾਬ ਦੀਆਂ ਉਹ ਬਿਹਤਰ ਕਰਾਂਗੇ। ਹੁਣ ਸਿਹਤ ਸੇਵਾਵਾਂ ਦੇ ਵਿੱਚ ਇਹਨਾਂ ਨੇ ਮੁਹੱਲਾ ਕਲੀਨਿਕ ਜਿਹੜੇ ਖੋਲ੍ਹੇ, ਆਮ ਆਦਮੀ ਪਾਰਟੀ ਕਲੀਨਿਕ ਜਿਹਨਾਂ ਨੂੰ ਆਪਾਂ ਕਹਿੰਦੇ ਆ, ਜਿਹੜੇ ਇਹਨਾਂ ਨੇ 16,000 ਖੋਲ੍ਹਣੇ ਆ, ਔਰ ਮਹੀਨੇ 6 ਹੋ ਗਏ ਤਾਂ ਖੋਲ੍ਹੇ ਕਿੰਨੇ? 100 ਕਲੀਨਿਕ ਦਾ ਇਹਨਾਂ ਨੇ ਐਲਾਨ ਕੀਤਾ, ਜਿਹੜੇ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹੇ ਆ। ਔਰ ਉਹ ਆਮ ਆਦਮੀ ਪਾਰਟੀ ਕਲੀਨਿਕ ਮੈਂ ਗੱਲ ਕਰ ਰਿਹਾ ਸੀ ਕਿ 20 ਲੱਖ ਰੁਪਈਆ ਉਹਨੂੰ ਰੈਨੋਵੇਟ ਕਰਨ ਤੇ ਲਾਤਾ। ਉਹ ਤਾਂ ਆਲਰੇਡੀ ਬਿਲਡਿੰਗਸ ਬਣੀਆਂ ਹੋਈਆਂ। ਸਭ ਤੋਂ ਵੱਡਾ ਕਰਪਸ਼ਨ ਉੱਥੇ, ਡਾਕਟਰ ਉੱਥੇ ਨਹੀਂ ਟਿਕ ਰਹੇ ਔਰ ਮਰੀਜ਼ ਉੱਥੇ ਨਹੀਂ ਆ ਰਹੇ। ਸੋ ਜੇਕਰ ਆਪਾਂ ਬਹੁਤ ਸਾਡਾ ਦਿੱਲੀ ਮਾਡਲ ਜਿਹੜਾ, ਜਿਹਨੂੰ ਸੋ ਕਾਲਡ ਦਿੱਲੀ ਮਾਡਲ ਕਹਿੰਦੇ ਆ, ਦਿੱਲੀ ਮਾਡਲ ਤਾਂ ਵੈਸੇ ਕੋਵਿਡ ਦੇ ਵਿੱਚ ਐਕਸਪੋਜ਼ ਹੋ ਚੁੱਕਾ। ਉੱਥੇ ਕਿੰਨੀਆਂ ਡੈਥਸ ਹੋਈਆਂ, ਆਕਸੀਜਨ ਸਿਲੰਡਰ ਉੱਥੇ ਨਹੀਂ ਮਿਲੇ, ਐਡਮਿਸ਼ਨਸ ਨੂੰ ਜਗ੍ਹਾ ਜਿਹੜੀ ਦਿੱਲੀ 'ਚ ਨਹੀਂ ਮਿਲੀ। ਔਰ ਇਨਫੈਕਟ ਕੋਵਿਡ ਦੇ ਵਿੱਚ ਤਾਂ ਦਿੱਲੀ ਤੋਂ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਲਾਜ ਕਰਵਾਉਣ ਆਏ। ਸੋ ਜੋ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਕਲੀਨਿਕ ਨੇ, ਉਹ ਵੀ ਮੈਂ ਸਮਝਦਾ ਕਿ ਇੱਕ ਫਲॉप ਸ਼ੋ ਸਾਬਤ ਹੋ ਰਹੇ ਨੇ। ਔਰ ਬਜਾਏ ਕਿ ਇਹਨਾਂ ਨੂੰ ਆਮ ਆਦਮੀ ਪਾਰਟੀ, ਕਿਉਂਕਿ ਇਹ ਸਮਝਦੇ ਕਿ ਪੰਜਾਬ ਤੇ ਦਿੱਲੀ ਇੱਕੋ ਹੀ ਗੱਲ ਹੈ। ਪੰਜਾਬ ਤੇ ਦਿੱਲੀ ਦੇ ਬਿਲਕੁਲ ਅਲੱਗ-ਅਲੱਗ ਕਨਸੈਪਟ ਨੇ ਔਰ ਅਲੱਗ-ਅਲੱਗ ਜਿਹੜਾ ਡੈਮੋਗ੍ਰਾਫੀ ਲੱਗ ਗਿਆ। ਅੱਜ ਸਿਟੀ ਸਟੇਟ ਹੈਗੀ ਹੈ, ਇੱਥੇ ਪੰਜਾਬ ਦੇ ਵਿੱਚ ਪੇਂਡੂ ਖੇਤਰ ਜ਼ਿਆਦਾ ਹੈਗਾ। ਚੱਬੇਵਾਲ ਸਾਹਿਬ, ਇੱਕ ਬੜੀ ਅਹਿਮ ਚੀਜ਼ ਤੁਸੀਂ ਥੋੜਾ ਜਿਹਾ ਜ਼ਿਕਰ ਵੀ ਕੀਤਾ ਸੀਗਾ, ਮਾਈਨਿੰਗ ਪਾਲਿਸੀ, ਲੀਕਰ ਪਾਲਿਸੀ। ਬੜੇ ਅਹਿਮ ਇਹ ਜਿਹੜੇ 2 ਪੁਆਇੰਟ ਹੈਗੇ ਨੇ, ਇਹਨਾਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਵੱਡੇ ਤੌਰ ਤੇ ਜ਼ਿਕਰ ਕਰਦੀ ਰਹੀ ਸੀ ਕਿ ਅਸੀਂ ਇਹਨਾਂ ਦੋਹਾਂ ਚੀਜ਼ਾਂ ਤੋਂ ਹੀ ਹਜ਼ਾਰਾਂ ਕਰੋੜਾਂ ਰੁਪਇਆ ਕਮਾਉਣਾ ਹੈਗਾ, ਉਹੀ ਪੰਜਾਬ ਦੇ ਵਿਕਾਸ ਲਈ ਲੱਗਣਾ ਹੈਗਾ। ਲੱਗਦਾ ਕਿ ਇਹਨਾਂ ਦੋਹਾਂ ਮਸਲਿਆਂ ਤੇ ਵੀ ਆਮ ਆਦਮੀ ਪਾਰਟੀ ਉਸ ਤਰੀਕੇ ਨਾਲ ਕੁਝ ਕਰ ਨਹੀਂ ਸਕੀ, ਕਿਉਂਕਿ 6 ਮਹੀਨੇ ਦਾ ਸਮਾਂ ਕਿਹਾ। ਨਹੀਂ, ਤੁਹਾਡਾ ਬਹੁਤ ਹੀ ਵਾਜਬ ਸਵਾਲ ਹੈ। ਇਹਨਾਂ ਨੇ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਪ੍ਰਚਾਰ ਕਰ ਰਹੇ ਸੀ, ਉਦੋਂ ਪ੍ਰਚਾਰ ਦੇ ਵਿੱਚ ਉਹਨਾਂ ਦਾ ਜਿਹੜਾ ਮੇਨ ਜਿਹੜਾ ਫੋਕਸ ਸੀਗਾ, ਉਹ ਇਹ ਕਹਿ ਰਹੇ ਸੀ ਕਿ 20,000 ਕਰੋੜ ਰੁਪਈਆ ਅਸੀਂ ਮਾਈਨਿੰਗ ਤੋਂ ਕਮਾਵਾਂਗੇ, ਜਿਹੜੀ ਰੈਵਨਿਊ ਆ। ਔਰ ਜਿਹੜਾ ਬਜਟ ਹੈ, ਕਹਿੰਦੇ ਜੀ 1,70,000 ਕਰੋੜ ਦਾ ਕਰੀਬ ਬਜਟ ਹੁੰਦਾ, 34,000 ਕਰੋੜ ਰੁਪਈਆ ਉਹ ਤੋਂ ਕਮਾਵਾਂਗੇ ਤੇ 34,000 ਤੇ 20 ਆਪਣਾ 54,000 ਕਰੋੜ ਰੁਪਏ ਦਾ ਰੈਵਨਿਊ ਕਹਿੰਦੇ ਪੰਜਾਬ ਨੂੰ ਆਏਗਾ। ਤੇ ਬੜੇ ਅਫਸੋਸ ਦੀ ਗੱਲ ਹੈ ਕਿ ਉਸ ਰੈਵਨਿਊ ਜਨਰੇਟ ਕਰਨ ਲਈ ਜਿਹੜੀ ਮਾਈਨਿੰਗ ਪਾਲਿਸੀ ਬਣਾਉਣੀ ਸੀ, ਅੱਜ ਉਹ ਹਾਈ ਕੋਰਟ 'ਚ ਮਾਈਨਿੰਗ ਪਾਲਿਸੀ ਦੀ ਸਟੇ ਲੱਗਾ ਹੋਇਆ। ਔਰ ਉਸ ਤੋਂ ਬਾਅਦ ਐਕਸਾਈਜ਼ ਪਾਲਿਸੀ ਦਾ ਜੋ ਹਸ਼ਰ ਦਿੱਲੀ ਦੇ ਵਿੱਚ ਹੋਇਆ, ਜੋ ਮਨੀਸ਼ ਸਿਸੋਦੀਆ ਤੇ FIR ਹੋਈ, ਇਹਨਾਂ ਦਾ ਸਤਿੰਦਰ ਜੈਨ ਜਿਹੜਾ, ਉਹ ਉਹਨਾਂ ਨੇ ਗ੍ਰਿਫਤਾਰ ਕੀਤਾ ਹੋਇਆ। ਔਰ ਐਕਸਾਈਜ਼ ਪਾਲਿਸੀ ਤੇ ਵੀ ਪੰਜਾਬ ਤੇ ਸਟੇ ਲੱਗ ਗਿਆ। ਫਿਰ ਕਹਿੰਦੇ ਜੀ ਜਿਹੜੇ ਡੀਪੂ ਹੋਲਡਰ ਨੇ ਪੰਜਾਬ ਦੇ, ਉਹਨਾਂ ਨੂੰ ਬੇਕਾਰ ਕਰਨਾ ਹੈ। ਲਗਭਗ 2 ਲੱਖ ਦੀ ਬੇਰੁਜ਼ਗਾਰੀ, ਇਹ ਆਟਾ ਦਾਲ ਸਕੀਮ ਜਿਹੜਾ ਘਰ ਘਰ ਆਟਾ ਸਕੀਮ ਜਿਹੜੀ ਸ਼ੁਰੂ ਕਰ ਰਹੇ ਸੀ, ਔਰ ਆਟਾ ਦੇਣ ਤੇ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਸਟੇ ਲੱਗ ਗਿਆ। ਸੋ ਮੈਂ ਸਮਝਦਾ ਕਿ ਜਿੰਨੀਆਂ ਵੀ ਪਾਲਿਸੀਜ਼ ਬਣਾ ਰਹੇ ਆ, ਇਹ ਸਮਝਦਾ ਕਿ ਬੜੀ ਹੀ ਇਮੈਚੁਰਿਟੀ ਆ। ਇਹ ਕਿਤੇ ਨਾ ਕਿਤੇ ਜਾਂ ਤਾਂ ਆਪਾਂ ਕੰਸਲਟ ਨਹੀਂ ਕਰ ਰਹੇ ਜਾਂ ਪ੍ਰੋਪਰਲੀ ਪਾਲਿਸੀ ਨਹੀਂ ਬਣ ਰਹੀ। ਸੋ ਹਾਈ ਕੋਰਟ ਵੱਲੋਂ ਸਟੇ ਲੱਗ ਜਾਣੇ ਦਾ ਮਤਲਬ ਕਿ ਆਪਾਂ ਉੱਥੇ ਹੀ ਖੜੇ ਜਿੱਥੋਂ ਚੱਲੇ ਸੀ। ਸੋ ਲੋਕ ਜਿਹੜੇ ਆ ਪੰਜਾਬ ਦੇ, ਅੱਜ ਜਿਹੜੀ ਤੁਸੀਂ ਦੇਖੋ ਪਈ ਮਾਈਨਿੰਗ ਦੀ ਜੇਕਰ ਗੱਲ ਕਰੀਏ, ਜਿਹੜੀ ਟਰਾਲੀ 1500 ਦੀ ਸਾਡੀ ਸਰਕਾਰ 'ਚ ਮਿਲਦੀ ਸੀ, ਅੱਜ ਉਹੀ ਰੇਤਾ ਦੀ ਟਰਾਲੀ ਜਿਹੜੀ ਆ ਉਹ 5,000 ਤੋਂ ਘੱਟ ਕਿਤੇ ਨਹੀਂ ਮਿਲ ਰਹੀ। ਚਾਹੇ ਟਿੱਪਰ ਦੀ ਗੱਲ ਕਰ ਲਈ, ਜਿਹੜਾ
20,000 ਦਾ ਮਿਲਦਾ ਸੀ, ਅੱਜ 50,000 ਦੇ ਕਰੀਬ ਉਹਦੇ ਰੇਟ ਪਹੁੰਚੇ ਹੋਏ ਨੇ। ਚਲੋ ਇਹ ਤਾਂ ਮੈਂ ਦੱਸਦਾ ਕਿ ਪਹੁੰਚੇ ਹੋਏ ਨੇ, ਐਨਾ ਹੀ ਨਹੀਂ, ਜਿਹੜੀਆਂ ਸੜਕਾਂ ਬਣ ਰਹੀਆਂ, ਜਿੰਨਾ ਵੀ ਇਨਫਰਾਸਟ੍ਰਕਚਰ ਦਾ ਕੰਮ ਪੰਜਾਬ 'ਚ ਚੱਲ ਰਿਹਾ, ਉਹ ਮੋਸਟਲੀ ਤੁਹਾਨੂੰ ਹੈਰਾਨੀ ਹੋਏਗੀ ਕਿ ਉਹ ਰੁਕਿਆ ਹੋਇਆ, ਕਿਉਂਕਿ ਰੇਤ ਬਜਰੀ ਮਿਲੇ ਨਹੀਂ ਰਹੀ। ਇੰਨੇ ਹਾਲਾਤ ਜਿਹੜੇ ਆ ਉਹ ਬਦ ਤੋਂ ਬੱਤਰ ਨੇ। ਸੋ ਮੈਂ ਸਮਝਦਾ ਕਿ ਇਹ ਜਿਹੜੀ ਪੰਜਾਬ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਇਹਨਾਂ 6 ਮਹੀਨਿਆਂ ਤੋਂ ਬਹੁਤ ਹੀ ਜ਼ਿਆਦਾ ਮਾਯੂਸ ਹੈ। ਬੜੀ ਅਹਿਮ ਚੀਜ਼ ਭਗਵੰਤ ਮਾਨ ਕਿਉਂਕਿ ਵਿਦੇਸ਼ ਦੌਰੇ ਤੇ ਗਏ ਸੀਗੇ ਤੇ ਚਰਚਾਵਾਂ ਇਹ ਵੀ ਛੜੀਆਂ ਕਿ ਸਿੱਧੇ ਤੌਰ ਤੇ ਨਿਵੇਸ਼ ਹੋ ਰਿਹਾ, ਕਹਿੰਦੇ BMW ਦਾ ਜ਼ਿਕਰ ਹੋਇਆ, ਪਹਿਲਾਂ ਟਾਟਾ ਕੰਪਨੀ ਦਾ ਜ਼ਿਕਰ ਹੋਇਆ, ਉਹਨਾਂ ਨੇ ਚਲੋ ਦੱਸੇ ਸਬੂਤ ਪੇਸ਼ ਹੋ ਗਏ, ਪਰ BMW ਦੇ ਮਾਮਲੇ ਤੇ ਜਦੋਂ ਚਰਚਾ ਛਿੜੀ ਤਾਂ ਬੜੇ ਵੱਡੇ ਸਵਾਲ ਖੜੇ ਹੋ ਗਏ। ਕਹਿੰਦੇ ਕਿ ਉਹਨਾਂ ਨੇ ਤਾਂ ਸਾਫ਼ ਤੌਰ ਤੇ ਮਨਾ ਕਰਤਾ ਕਿ ਅਸੀਂ ਤਾਂ ਕੋਈ ਨਿਵੇਸ਼ ਕਰ ਰਹੇ ਨਹੀਂ। ਦੇਖੋ, ਮੈਂ ਇਹ ਸਮਝਦਾ ਸੀ ਕਿ ਭਗਵੰਤ ਮਾਨ ਜੀ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਪੰਜਾਬ ਹੈ, ਉਹ ਬਹੁਤ ਸਿਆਣੇ ਨੇ, ਝੂਠ ਨਹੀਂ ਬੋਲਦੇ। ਪਰ ਆ ਪਿਛਲੇ 2 ਦਿਨਾਂ ਦੇ ਵਿੱਚ ਮੈਂ ਜੋ ਦੇਖਿਆ, ਪਹਿਲਾਂ ਤਾਂ BMW ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਨੇ ਕਿਹਾ ਜੀ BMW ਦੀ ਜਿਹੜੀ ਕੰਪਨੀ ਦੇ ਜਿਹੜੇ ਸਪੇਅਰ ਪਾਰਟਸ ਆ ਉਹ ਪੰਜਾਬ ਦੇ ਵਿੱਚ ਬਣਨਗੇ, ਉਹ ਆਪਣੀ ਇਨਵੈਸਟਮੈਂਟ ਪੰਜਾਬ 'ਚ ਕਰ ਰਹੀ ਆ। ਔਰ ਹੈਰਾਨੀ ਦੀ ਗੱਲ ਹੈ ਵੀ ਸ਼ੁਕਰ ਆ, ਮੈਂ ਤਾਂ ਕਹਿੰਦਾ ਕਿ ਉਹਨਾਂ ਨੇ BMW ਕੰਪਨੀ ਨੇ ਕਲੈਰੀਫਾਈ ਕਰਤਾ ਕਿ ਅਸੀਂ ਕੋਈ ਵੀ ਸਪੇਅਰ ਪਾਰਟਸ ਦੀ ਮੈਨੂਫੈਕਚਰਿੰਗ ਕੰਪਨੀ ਜਿਹੜੀ ਹੈ ਉਹ ਪੰਜਾਬ 'ਚ ਖੋਲ੍ਹਣ ਨਹੀਂ ਜਾ ਰਹੇ। ਮੈਂ ਤਾਂ ਕਹਿੰਦਾ ਵੀ ਸ਼ੁਕਰ ਆ ਪੰਜਾਬ ਦੇ ਪੈਸੇ ਬਚ ਗਏ। ਜੇਕਰ ਉਹਨਾਂ ਨੇ ਨਾ ਕਲੈਰੀਫਾਈ ਕੀਤੇ ਹੁੰਦੇ ਤਾਂ 30-40 ਕਰੋੜ ਦੀ ਉਹਨਾਂ ਨੇ ਐਡ ਹੀ ਦੇ ਦੇਣੀ ਸੀ। ਸੋ 30-40 ਕਰੋੜ ਪੰਜਾਬ ਦਾ ਜ਼ਰੂਰ ਬਚ ਗਿਆ, ਇਹ ਅੱਛੀ ਗੱਲ ਆ। ਔਰ ਬਾਕੀ ਦੂਸਰੀ ਗੱਲ ਜਿਹੜੀ ਮੈਨੂੰ ਬੜਾ ਦੁੱਖ ਹੋਇਆ, ਭਗਵੰਤ ਮਾਨ ਜੀ ਜਦੋਂ ਸਾਡਾ ਪਿਛਲਾ ਇਜਲਾਸ ਸੀ ਤਾਂ ਉੱਥੇ ਉਸ ਇਜਲਾਸ ਦੇ ਵਿੱਚ ਇੱਕ ਵਿਸ਼ੇਸ਼ ਮਤਾ ਲਿਆਂਦਾ ਗਿਆ, ਅਗਨੀਪਥ ਦੇ ਖਿਲਾਫ ਜੋ ਮਤਾ ਜਿਹੜਾ ਪੂਰੇ ਸਦਨ ਦੇ ਵਿੱਚ ਲਗਭਗ BJP ਤੋਂ ਇਲਾਵਾ ਬਾਕੀ ਸਾਰਿਆਂ ਦੇ ਸਹਿਮਤੀ ਦੇ ਨਾਲ ਜਿਹੜਾ ਉਹ ਪਾਸ ਹੋਇਆ। ਔਰ ਉਸ ਅਗਨੀਪਥ ਦੇ ਵਿੱਚ ਮਾਨ ਸਾਹਿਬ ਕੀ ਬੋਲਦੇ ਆ, ਮਾਨ ਸਾਹਿਬ ਕਹਿੰਦੇ ਜੀ ਆ ਅਸ਼ਵਨੀ ਸ਼ਰਮਾ ਜੀ ਜਿਹੜੇ BJP ਦੇ ਪ੍ਰਧਾਨ ਨੇ, ਇਹ ਕਹਿੰਦੇ ਜੀ ਬੱਚੇ ਜਿਹੜੇ 10ਵੀਂ ਵੀ ਬੰਕਰਾਂ 'ਚ ਕਰ ਜਾਣਗੇ, ਇੱਕ ਹੱਥ ਦੇ ਵਿੱਚ ਕਿਤਾਬ ਹੋਏਗੀ, ਇੱਕ ਹੱਥ 'ਚ ਬੰਦੂਕ ਹੋਏਗੀ, ਤੇ ਬੱਚੇ ਜਿਹੜੇ ਉਹ ਅਗਨੀਪਥ 'ਚ ਅਗਨੀਵੀਰ ਬਣਨਗੇ। ਤੇ ਦੂਸਰਾ ਕਿਹਾ ਸੀ ਕਿ ਜੀ ਮੈਂ ਇਹ ਜਿਹੜੀ ਸਾਡੇ ਪੰਜਾਬ ਦੇ 1 ਲੱਖ ਦੇ ਕਰੀਬ ਜਿਹੜੇ ਸਾਡੇ ਬੱਚੇ ਨੇ ਸੈਨਿਕ, ਉਹ ਜਿਹੜੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮਿਲਟਰੀ ਐਂਡ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਹੈਗੇ ਆ। ਔਰ ਇੰਨਾ ਹੀ ਨਹੀਂ ਕਿ ਉਹ 'ਚੋਂ 4-5 ਜਿਹੜੇ ਬੱਚੇ, 4-5 ਜਿਹੜੇ ਸੋਲਜਰਸ ਨੇ ਉਹ ਸ਼ਹੀਦ ਵੀ, ਮਤਲਬ ਮਹੀਨਾ 2 ਮਹੀਨੇ 'ਚ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਸੋਲਜਰਸ, ਬਾਰਡਰ ਤੇ ਲੜਦੇ ਨੇ, ਤੇ ਬੜਾ ਦੁੱਖ ਹੁੰਦਾ। ਪਰ ਉਦੋਂ ਜਦੋਂ ਅਗਨੀਪਥ ਦੇ ਖਿਲਾਫ ਕਹਿੰਦੇ ਜੀ ਅਸੀਂ ਅਮਿਤ ਸ਼ਾਹ ਜੀ ਨੂੰ ਮਿਲਾਂਗੇ, ਹੋਮ ਮਿਨਿਸਟਰ ਜੀ ਨੂੰ, ਤੇ ਹੋਮ ਮਿਨਿਸਟਰ ਨੂੰ ਤਾਂ ਕੀ ਮਿਲਣਾ ਸੀ ਪਤਾ ਨਹੀਂ, ਸ਼ਾਇਦ ਮਿਲ ਵੀ ਲਏ ਹੋਣ, ਮਿਲ ਕੇ ਸ਼ਾਇਦ ਉਹਨਾਂ ਨੂੰ ਸਹਿਮਤੀ ਹੀ ਦੇ ਦਿੱਤੀ ਹੋਵੇ, ਇਹ ਵੀ ਕੋਈ ਪਤਾ ਨਹੀਂ। ਔਰ ਬੜੀ ਹੈਰਾਨੀ ਹੋਈ ਕਿ ਜਰਮਨੀ ਦੇ ਵਿੱਚ ਜਾ ਕੇ ਉਚੇਚੇ ਤੌਰ ਤੇ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਸਾਡੀ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਜੀ ਤੁਸੀਂ ਇਹਨਾਂ ਨੂੰ ਸਹਿਯੋਗ ਦਿਓ ਅਗਨੀਵੀਰ ਬਣਾਉਣ ਦੇ ਲਈ। ਸੋ ਉਹ ਯਾਰ, ਇਹ ਤਾਂ ਪਵਿੱਤਰ ਸਦਨ ਦੇ ਵਿੱਚ ਸਹੁੰ ਖਾਣਾ, ਮੈਂ ਸਮਝਦਾ ਕਿ ਇਹ ਵੀ ਗੁਟਕੇ ਦੀ ਸਹੁੰ ਖਾਣ ਦੇ ਬਰਾਬਰ ਹੈ। ਔਰ ਉਸ ਸਦਨ ਦੇ ਵਿੱਚ ਬੋਲ ਕੇ ਔਰ ਮੁੱਕਰ ਜਾਣਾ, ਯੂ ਟਰਨ ਲੈ ਲੈਣਾ, ਤੇ ਮੈਂ ਸਮਝਦਾ ਕਿ ਅਸੀਂ ਇਹਨਾਂ ਲੋਕਾਂ ਤੋਂ ਕੀ ਉਮੀਦ ਕਰ ਸਕਦੇ ਹਾਂ। ਬੜੇ ਅਹਿਮ ਵਾਜਬ ਪੁਆਇੰਟ ਚੱਕਿਆ ਤੁਸੀਂ। ਜਿਸ ਤਰੀਕੇ ਨਾਲ ਅਗਨੀਵੀਰ ਸਕੀਮ ਦਾ ਵਿਰੋਧ ਕੀਤਾ ਗਿਆ, ਅਗਨੀਪਥ ਨੂੰ ਲੈ ਕੇ ਬੜੇ ਵੱਡੇ ਸਵਾਲ ਖੜੇ ਕੀਤੇ ਸੀ ਭਗਵੰਤ ਮਾਨ ਨੇ। ਹੁਣ ਕਹਿੰਦੇ ਕਿ ਉਚੇਚੇ ਤੌਰ ਤੇ ਸਹਿਯੋਗ ਦਿਓ, ਵੱਧ ਤੋਂ ਵੱਧ ਭਰਤੀ ਕਰਾਓ। ਲੱਗਦਾ ਕਿ ਭਾਜਪਾ ਦਾ ਦਬਾਅ ਹੈਗਾ, ਕਿਉਂਕਿ ਇੱਕ ਪਾਸੇ ਇਹ ਵੀ ਮੰਗ ਲਗਾਤਾਰ ਕਰ ਰਹੇ ਸੀਗੇ ਕਿ ਸਾਨੂੰ ਵਿੱਤੀ ਪੈਕੇਜ ਦਿੱਤਾ ਜਾਵੇ, ਤੇ ਹੁਣ ਵਿੱਤੀ ਪੈਕੇਜ ਲੈਣ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਥੱਲੇ ਦਬਦੇ ਜਾ ਰਹੇ ਨੇ ਭਗਵੰਤ। ਦੇਖੋ, ਇਹ ਤਾਂ ਬਿਲਕੁਲ ਹੀ ਸਾਫ਼ ਜ਼ਾਹਰ ਹੈ ਕਿ ਵਾਕਿਆ ਹੀ ਜਿਹੜੀ ਇਹ ਆਮ ਆਦਮੀ ਪਾਰਟੀ ਆ, ਇਹ ਭਾਰਤੀ ਜਨਤਾ ਪਾਰਟੀ ਦੀ B ਟੀਮ ਹੈ। ਇਹ ਤਾਂ ਸਾਫ਼ ਹੀ ਆ, ਪਿੱਛੇ ਵੀ ਕੁਝ ਐਲੀਗੇਸ਼ਨਸ ਲੱਗ ਰਹੇ ਆ, ਹੁਣੇ ਥੋੜ੍ਹੇ ਜਿਹੇ 4-5 MLA ਵੀ DGPs ਕੋ ਗਏ ਸੀ। ਸੋ ਬੜੇ, ਮੈਂ ਸਮਝਦਾ ਕਿ ਇਹ ਤਾਂ ਬੜੀਆਂ ਮੰਦਭਾਗੀਆਂ ਗੱਲਾਂ ਨੇ ਪੰਜਾਬ ਦੇ ਲਈ। ਸੋ ਪੰਜਾਬੀਆਂ ਨੂੰ ਅੱਜ ਵੀ ਉੱਠ ਜਾਣਾ ਚਾਹੀਦਾ ਹੈ, ਅੱਜ ਵੀ ਉੱਠ ਕੇ ਖੜੇ ਹੋ ਜਾਣਾ ਚਾਹੀਦਾ ਇਹਨਾਂ ਦੇ ਖਿਲਾਫ। ਜੇਕਰ ਅਸੀਂ ਨਾ ਖੜੇ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬਿਲਕੁਲ ਨੇਸਤੋ ਨਾਬੂਦ ਹੋ ਜਾਏਗਾ। ਇੱਕ ਬੜਾ ਅਹਿਮ ਮਸਲਾ ਹੈਗਾ, ਜਿਸ ਤਰੀਕੇ ਨਾਲ ਹੁਣ ਅਸੀਂ ਸਿਆਸੀ ਮੁੱਦਿਆਂ ਤੇ ਚਰਚਾ ਕਰ ਰਹੇ ਹਾਂ, MLA ਦੀ ਖਰੀਦੋ ਫਰੋਖਤ ਦੀ ਚਰਚਾ ਚੱਲ ਰਹੀ ਵੱਡੇ ਪੱਧਰ ਤੇ। ਆਮ ਆਦਮੀ ਪਾਰਟੀ ਨੇ ਵੱਡੇ ਇਲਜ਼ਾਮ ਲਗਾਏ ਕਿ ਭਾਜਪਾ ਸਾਡੇ MLA ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਲੱਗਦਾ ਕਿ ਇਹਦੇ ਵਿੱਚ ਕੋਈ ਸੱਚ ਹੈਗਾ, ਜਾਂ ਇਹਦੇ ਵਿੱਚ ਵੀ ਸਿੱਧੇ ਤੌਰ ਤੇ ਸਿਆਸੀ ਤੁਹਾਨੂੰ ਬਿਸਾਤ ਵਿਛਦੀ ਹੋਈ ਨਜ਼ਰ ਆ ਰਹੀ ਹੈ? ਦੇਖੋ, ਇਹ ਆਪਰੇਸ਼ਨ ਲੋਟਸ ਦੀ ਤੁਸੀਂ ਸ਼ਾਇਦ ਗੱਲ ਕਰ ਰਹੇ ਆ। ਕਹਿੰਦੇ ਜੀ ਆਪਰੇਸ਼ਨ ਲੋਟਸ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਚੱਲ ਰਿਹਾ, ਤੇ ਇਹ ਬੜੀ ਵੈਲ ਸਕ੍ਰਿਪਟਡ ਸਟੋਰੀ ਹੈ, ਬੜੀ ਥਾਟ ਆਫ ਪਲਾਨ ਆ। ਇਹ ਦਿੱਲੀ ਦੇ ਵਿੱਚ ਵੀ ਤੁਸੀਂ ਪਿੱਛੇ ਇਹਨਾਂ ਨੂੰ ਸੁਣਿਆ ਹੋਣਾ ਕਿ ਇਹਨਾਂ ਦੇ ਜੀ 10 ਵਿਧਾਇਕ ਦਿੱਲੀ 'ਚ ਵੀ ਜਿਹੜੀ ਭਾਜਪਾ ਉਹ ਖਰੀਦ ਰਹੀ ਹੈ। ਔਰ ਫਿਰ ਇਹਨਾਂ ਨੇ ਸਾਰੇ MLAs ਨੂੰ ਬੁਲਾਇਆ, ਫਿਰ ਇੱਕ ਦਿਨ ਦਾ ਇਜਲਾਸ ਬੁਲਾਇਆ, ਔਰ ਉਸ ਇਜਲਾਸ 'ਚ ਡਰਾਮਾ ਕੀਤਾ ਕਿ ਸਾਰਾ ਬਹੁਮਤ ਸਾਡੇ ਨਾਲ ਆ, ਇਹ ਸਾਡੇ ਜਿਹੜੇ
ਐਮਐਲਏਜ਼ ਨੇ ਬੜੇ ਇਮਾਨਦਾਰ ਨੇ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਇੱਕ ਵੈਲ ਥਾਟ ਆਫ ਪਲਾਨ ਆ ਕਿ ਪਹਿਲਾਂ ਹੁਣ ਦੇਖੋ ਤੁਸੀਂ 18 ਨੂੰ ਇਹਨਾਂ ਦੇ ਐਮਐਲਏ ਬੁਲਾ ਲਏ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਦਨ ਬੁਲਾਉਣਾ ਹੈ, ਫਿਰ ਇਹਨਾਂ ਨੇ ਉਸ ਸਦਨ 'ਚ ਸਾਬਤ ਕਰ ਦੇਣਾ ਜੀ ਸਾਡੀ ਤਾਂ ਜੀ ਦੇਖੋ 92 ਦੇ 92 ਐਮਐਲਏ ਜਿਹੜੇ ਬਹੁਤ ਵਿਧਾਇਕ ਜਿਹੜੇ ਬੜੇ ਇਮਾਨਦਾਰ ਨੇ, ਇਹ ਤਾਂ ਜੀ ਮਤਲਬ ਇੱਧਰ ਤੋਂ ਉੱਧਰ ਨਹੀਂ ਹੋ ਸਕਦੇ, ਇਹ ਤਾਂ ਪੰਜਾਬ ਦੀ ਸੇਵਾ ਦੇ ਲਈ ਪੈਦਾ ਹੋਏ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਆਪਰੇਸ਼ਨ ਲੋਟਸ ਇੱਕ ਤਾਂ ਹੈਗਾ ਆਪਰੇਸ਼ਨ ਲੋਟਸ ਜਿਹੜਾ ਚੱਲ ਰਿਹਾ ਉਹ ਭਾਜਪਾ ਚਲਾ ਰਹੀ ਆ। ਜਦੋਂ ਭਾਜਪਾ ਆਪਰੇਸ਼ਨ ਲੋਟਸ ਚਲਾਉਂਦੀ ਆ ਨਾ, ਉਹ ਜਿਹੜਾ ਸਹਾ ਚੁੱਕ ਕੇ ਆਪਣੀ ਉਹ 'ਚ ਪਾ ਲੈਂਦੀ ਨਾ ਝੋਲੀ 'ਚ, ਉਹ ਚੀਂ ਵੀ ਨਹੀਂ ਕਰਦਾ। ਆ ਜਿਹੜਾ ਸਤੀਸ਼ ਅੰਗਰਾਲ ਇਹਨਾਂ ਦਾ ਬੋਲ ਰਿਹਾ ਸੀ, ਉਹ ਗਿੱਚੀ ਨਾਲ ਹੀ ਦੱਬ ਦਿੰਦੇ ਆ। ਉਹ 25 ਕਰੋੜ ਤੱਕ 25 ਕਰੋੜ ਤਾਂ ਕਹਿ ਗਏ, ਉਹ ਤਾਂ ਕਹਿਣ ਜੋਗੇ ਵੀ ਨਹੀਂ ਛੱਡਦੇ। ਸੋ ਇਹ ਆਪਰੇਸ਼ਨ ਲੁੱਟਸ ਨਹੀਂ ਚੱਲ ਰਿਹਾ, ਇਹ ਆਮ ਆਦਮੀ ਪਾਰਟੀ ਦਾ ਆਪਣਾ ਆਪਰੇਸ਼ਨ ਇੱਕ ਚੱਲ ਰਿਹਾ। ਇਹਨੂੰ ਕਹਿੰਦੇ ਆ ਆਪਰੇਸ਼ਨ ਲੁੱਟਸ ਆਫ ਪੰਜਾਬ। ਇਹ ਪੰਜਾਬ ਦੀ ਲੁੱਟ ਦਾ ਆਪਰੇਸ਼ਨ ਜਿਹੜਾ ਇਹ ਆਮ ਆਦਮੀ ਪਾਰਟੀ ਜਿਹੜੀ ਉਹ ਚਲਾ ਰਹੀ ਆ। ਤੁਸੀਂ ਦੇਖੋ ਵੀ ਇਸ ਦੇ ਨਾਂ ਤੇ ਇੱਕ ਤਾਂ ਇਹਨਾਂ ਨੇ ਆ ਜਿਹੜਾ ਇਹਨਾਂ ਦਾ ਫੌਜਾ ਸਿੰਘ ਸਰਾਰੀ ਸੀ, ਉਹਦਾ ਜਿਹੜਾ ਮੁੱਦਾ ਸੀ ਉਹ ਠੰਡਾ ਕਰ ਲਿਆ। ਉਹ ਇਹ ਕੋਸ਼ਿਸ਼ ਇਹਨਾਂ ਦੀ ਵੀ ਉਹ ਠੰਡਾ ਹੋ ਜਾਏ। ਔਰ ਦੂਸਰਾ ਆਪਰੇਸ਼ਨ ਲੁੱਟਸ ਮੈਂ ਇਸ ਕਰਕੇ ਕਹਿ ਰਿਹਾ ਵੀ ਜਿੰਨੇ ਵੀ ਅੱਜ ਮਾਈਨਿੰਗ ਤੋਂ ਪੈਸੇ ਆ ਰਹੇ, ਅੱਜ ਜਿੰਨਾ ਵੀ ਭ੍ਰਿਸ਼ਟਾਚਾਰ ਹੋ ਰਿਹਾ, ਲਗਾਤਾਰ ਪੈਸਾ ਜਿਹੜਾ ਉਹ ਦਿੱਲੀ ਤੇ ਇਸ਼ਤਿਹਾਰਾਂ ਤੇ ਪੰਜਾਬ ਦਾ ਪੈਸਾ, ਹਿਮਾਚਲ ਦੇ ਚੋਣਾਂ ਤੇ, ਗੁਜਰਾਤ ਦੇ ਚੋਣਾਂ ਤੇ ਸਾਡਾ ਪੈਸਾ ਜਿਹੜਾ ਲਗਾਤਾਰ ਲੱਗ ਰਿਹਾ। ਔਰ ਮੈਨੂੰ ਇਹ ਲੱਗਦਾ ਜਿਹੜਾ ਇਹ ਆਪਰੇਸ਼ਨ ਚਲਾਏ ਜਾ ਰਹੇ ਸਿਰਫ ਤੇ ਸਿਰਫ ਗੁਜਰਾਤ ਦੇ, ਹਿਮਾਚਲ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹੈ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਜਿਹੜੇ ਆਪਰੇਸ਼ਨ ਉਹ ਚਲਾਏ ਜਾ ਰਹੇ ਹਨ। ਇੱਕ ਬੜੀ ਅਹਿਮ ਚੀਜ਼ ਆ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਇਹ ਬੜੇ ਗੰਭੀਰ ਮਸਲੇ ਨੇ, ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਹੋ ਰਿਹਾ, ਤਾਂ ਲੱਗਦਾ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ, ਜਾਂ ਫਿਰ ਇਹ ਭ੍ਰਿਸ਼ਟਾਚਾਰ ਇਸ ਤਰੀਕੇ ਨਾਲ ਹੋ ਰਿਹਾ ਕਿ ਇਹਦੇ ਵਿੱਚ ਗਿਣੀਮਿੱਥੀ ਸਾਜ਼ਿਸ਼ ਨਜ਼ਰ ਆ ਰਹੀ ਹੈ, ਬੜੇ ਗਿਣੀਮਿੱਥੀ ਹਿਸਾਬ ਨਾਲ ਕਰ ਰਹੇ ਭ੍ਰਿਸ਼ਟਾਚਾਰ। ਤੁਹਾਨੂੰ ਕੀ ਲੱਗ ਰਿਹਾ ਇਹਦੇ ਵਿੱਚ? ਦੇਖੋ ਇਹਨਾਂ ਨੇ ਸਾਡੇ ਕਾਂਗਰਸ ਦੇ ਵੀ ਜਿਹੜੇ ਸਾਡੇ ਐਕਸ ਕੈਬਨਿਟ ਮਿਨਿਸਟਰਸ ਆ ਉਹ ਵੀ ਅਰੈਸਟ ਕੀਤੇ, ਅਲਟੀਮੇਟਲੀ ਇਹਨਾਂ ਨੂੰ ਮਿਲਿਆ ਕੱਖ ਨਹੀਂ। ਔਰ ਭ੍ਰਿਸ਼ਟਾਚਾਰ ਦੀ ਜਿਸ ਤਰ੍ਹਾਂ ਗੱਲ ਆ, ਭ੍ਰਿਸ਼ਟਾਚਾਰ 'ਚ ਮੈਂ ਸਮਝਦਾ ਕਿ ਜਿਹੜੇ ਇਹਨਾਂ ਦੇ ਆਪਣੇ ਮੰਤਰੀ ਜਿਹੜੇ ਆ, ਇਹਨਾਂ ਦੀ ਆਪਣੀ ਸਰਕਾਰ ਉਹ ਜ਼ਿਆਦਾ ਲਿਪਤ ਹੈ। ਹਰ ਕੰਮ ਜਿਹੜਾ ਉਹ ਪੈਸੇ ਦੇ ਕੇ ਹੋ ਰਿਹਾ। ਪਰ ਇਹ ਵੀ ਜਿਹੜੀ ਕਰਪਸ਼ਨ ਹੈ, ਇਹ ਕਰਪਸ਼ਨ ਜਿਹੜੀ ਹੈ ਆਰਗੇਨਾਈਜ਼ਡ ਕਰਪਸ਼ਨ ਹੈ। ਇਹ ਕਰਪਸ਼ਨ ਬੜੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। ਔਰ ਜਿੰਨੇ ਵੀ ਪੈਸੇ ਜਿਹੜੇ ਇਕੱਠਾ ਹੋ ਕੇ ਦਿੱਲੀ ਜਾਂਦਾ, ਔਰ ਦਿੱਲੀ ਤੋਂ ਬਾਅਦ ਇਹ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਇਲੈਕਸ਼ਨਸ ਦੇ ਤੁਸੀਂ ਦੇਖਿਆ ਹੋਣਾ, ਐਕਸਾਈਜ਼ ਪਾਲਿਸੀ ਤੋਂ ਮੇਰਾ ਖਿਆਲ ਪਤਾ ਨਹੀਂ ਕਿੰਨੇ ਹਜ਼ਾਰਾਂ ਕਰੋੜ ਰੁਪਏ ਜਿਹੜੇ ਆ ਐਕਸਾਈਜ਼ ਪਾਲਿਸੀ ਤੋਂ, ਇੱਕ ਵਾਰ ਦਾ ਘੱਟ ਤੋਂ ਘੱਟ 150 ਕਰੋੜ ਰੁਪਈਆ ਜਿਹੜਾ ਐਕਸਾਈਜ਼ ਪਾਲਿਸੀ ਤੋਂ ਕਮਾਇਆ। ਸੋ ਪੰਜਾਬ ਦੀ ਪੰਜਾਬੀਅਤ ਜਾਂ ਪੰਜਾਬ ਦੀ ਜਿਹੜੀ ਫਿਜ਼ੀਕਲ ਹੈਲਥ ਆ, ਜਿਹੜੀ ਫਾਈਨੈਂਸ਼ੀਅਲ ਹੈਲਥ ਆ, ਉਸ ਦੇ ਵੱਲ ਧਿਆਨ ਨਾ ਦੇ ਕੇ ਪੰਜਾਬ ਦੀ ਲੁੱਟ ਖਸੁੱਟ ਵੱਲ ਭ੍ਰਿਸ਼ਟਾਚਾਰ ਜਿਹੜਾ ਉਸੇ ਤਰ੍ਹਾਂ ਪੂਰੇ ਜ਼ੋਰਾਂ ਤੇ ਚੱਲ ਰਿਹਾ। ਔਰ ਇਸ ਦੇ ਵਿੱਚ ਮੈਂ ਸਮਝਦਾ ਕਿ ਕਿਤੇ ਵੀ ਸਾਨੂੰ ਅੱਜ ਵੀ ਇਹ ਲੱਗ ਨਹੀਂ ਰਿਹਾ ਕਿ ਭ੍ਰਿਸ਼ਟਾਚਾਰ ਜਿਹੜਾ ਉਹ ਕਿਤੇ ਬੰਦ ਹੋਇਆ, ਅੱਗੇ ਨਾਲੋਂ ਵਧਿਆ ਹੀ ਹੈ। ਅਖੀਰ ਤੇ ਕੁਝ ਸਵਾਲ ਤੁਹਾਡੀ ਪਾਰਟੀ ਨਾਲ ਜੁੜੇ ਹੋਏ, ਕਿਉਂਕਿ ਜਦੋਂ ਵੀ ਭਗਵੰਤ ਮਾਨ ਦੀ ਸਰਕਾਰ ਨੂੰ ਜਾਂ ਉਹਨਾਂ ਦੇ ਆਗੂਆਂ ਨੂੰ ਟਿੱਪਣੀਆਂ ਕੀਤੀਆਂ ਜਾਂਦੀਆਂ ਜਾਂ ਸਵਾਲ ਪੁੱਛੇ ਜਾਂਦੇ ਨੇ ਅਜਿਹੇ ਕਿ ਏਡੇ ਵੱਡੇ ਇਲਜ਼ਾਮ ਲੱਗੇ, ਤੁਹਾਡੇ ਮੰਤਰੀਆਂ ਤੇ ਇਲਜ਼ਾਮ ਨੇ, ਤੁਹਾਡੇ ਵਿਧਾਇਕਾਂ ਦੇ ਉੱਪਰ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਛਿੜੀਆਂ, ਉਹ ਕਹਿੰਦੇ ਕਿ ਅਸੀਂ ਤਾਂ ਚਲੋ ਹਲੇ ਨਵੇਂ ਆਏ ਆ, ਜਿਹੜੇ ਸਾਬਕਾ ਰਹੇ ਨੇ, ਚਾਹੇ ਉਹ ਅਕਾਲੀ ਦਲ ਹੋ ਗਿਆ ਚਾਹੇ ਕਾਂਗਰਸ, ਕਹਿੰਦੇ ਉਹ ਆਪਣੇ ਗਿਰਬਾਨ ਦੇ ਵਿੱਚ ਝਾਤ ਮਾਰਨ, ਉਹਨਾਂ ਨੇ ਵੀ ਵੱਡੇ ਵੱਡੇ ਪੱਧਰ ਤੇ ਘਪਲੇ ਕੀਤੇ ਨੇ, ਘੁਟਾਲੇ ਕੀਤੇ ਨੇ, ਇਸੇ ਕਰਕੇ ਬਚਦੇ ਫਿਰਦੇ ਨੇ। ਦੇਖੋ ਉਹਨਾਂ ਨੂੰ ਆਪਣੇ ਗਿਰਬਾਨ 'ਚ ਝਾਕਣ ਦੀ ਲੋੜ ਨਹੀਂ ਆ। ਜੇਕਰ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੋਏਗਾ ਤੇ ਅੱਜ ਸਰਕਾਰ ਇਹਨਾਂ ਦੀ ਹੈ। ਇਹ ਜੋ ਵੀ ਇਹਨਾਂ ਨੇ ਕੀਤਾ ਵੀ ਹੈ ਤੇ ਮਿਲਿਆ ਇਹਨਾਂ ਨੂੰ ਉਹਦੇ 'ਚ ਵੀ ਕੁਛ ਨਹੀਂ, ਤੇ ਮਿਲਣਾ ਮੈਨੂੰ ਲੱਗਦਾ ਵੀ ਅੱਗੇ ਵੀ ਕੁਛ ਨਹੀਂ। ਪਰ ਇਹ ਵੀ ਜੋ ਇਹਨਾਂ ਦੀ ਪਾਰਟੀ ਦੇ ਵਿੱਚ ਜੋ ਇਹ ਸਹੁੰ ਚੱਕ ਕੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਸਥਾਨ ਤੇ ਜਾ ਕੇ ਸਹੁੰ ਚੱਕ ਕੇ, ਜਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋ ਲਗਾ ਕੇ ਜੋ ਇਹ ਮੈਸੇਜ ਦੇ ਰਹੇ ਨੇ, ਪਰ ਉਸ ਤੋਂ ਜਿਹੜਾ ਕੰਮ ਜਿਹੜਾ ਉਹ ਬਿਲਕੁਲ ਉਲਟ ਹੈ। ਤੁਸੀਂ ਦੇਖੋ ਵੀ ਜਿਸ ਸਰਕਾਰ ਜਿਹੜੀ ਕੰਮ ਕਰਦੀ ਹੈ, ਕੀ ਉਹਨੂੰ ਐਨੇ ਇਸ਼ਤਿਹਾਰ ਦੇਣ ਦੀ, ਇਸ਼ਤਿਹਾਰਾਂ ਤੇ ਪੈਸਾ ਲਗਾਉਣ ਦੀ ਜ਼ਰੂਰਤ ਹੈ? ਉਹ ਪੰਜਾਬ ਦੇ ਪੰਜਾਬੀਆਂ ਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਇਸ਼ਤਿਹਾਰਾਂ ਦਾ ਪੈਸਾ ਲੱਗਣਾ ਚਾਹੀਦਾ। ਸੋ ਔਰ ਜਿੰਨੇ ਮੈਂ ਸਮਝਦਾ ਕਿ ਕਰਪਸ਼ਨ ਦੇ ਮਹਿਜ਼ 6 ਮਹੀਨੇ ਦੇ ਵਿੱਚ ਇਹਨਾਂ ਦੇ 2 ਮੰਤਰੀਆਂ ਤੇ ਇਲਜ਼ਾਮ ਲੱਗ ਗਏ ਨੇ। ਮੈਂ ਸਮਝਦਾ ਕਿ ਕੋਈ ਵੀ ਸਰਕਾਰ ਸਾਡੀ ਪਿੱਛੇ ਅਜਿਹੀ ਨਹੀਂ ਰਹੀ ਜਿੱਥੇ ਮਹਿਜ਼ 6 ਮਹੀਨਿਆਂ ਵਿੱਚ 2 ਮੰਤਰੀਆਂ ਤੇ ਇਲਜ਼ਾਮ ਲੱਗ ਗਏ ਹੋਣ। ਔਰ ਅਜੇ ਤਾਂ 4.5 ਸਾਲ ਪਏ ਆ, ਔਰ ਪਤਾ ਨਹੀਂ ਪੂਰਾ ਕੈਬਨਿਟ ਜਿਹੜਾ ਹੈ ਉਹ ਉਹਨਾਂ ਇਲਜ਼ਾਮਾਂ ਦੇ ਘੇਰੇ 'ਚ ਆਏਗਾ। ਸੋ ਕੋਈ ਲੋਕਾਂ ਨੇ ਜਿਸ ਚੇਂਜ ਦੀ, ਜਿਸ ਬਦਲਾਓ ਦੀ ਆਸ ਕੀਤੀ ਸੀ, ਉਹ ਬਦਲਾਓ ਕੋਈ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ, ਕਿਸੇ ਨੂੰ ਵੀ ਉਹ ਬਦਲਾਓ ਨਜ਼ਰ ਨਹੀਂ ਆ ਰਿਹਾ। ਡਾਕਟਰ ਸਾਹਿਬ, ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਬੜਾ ਇਸ ਵੇਲੇ ਮੈਨੂੰ ਲੱਗਦਾ ਕਿ ਸੰਜੀਦਾ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈਗਾ।
ਇਲਜ਼ਾਮ ਤਰਾਸ਼ੀਆਂ ਚੱਲਦੀਆਂ ਰਹਿੰਦੀਆਂ ਨੇ, ਦੋਸ਼ ਲਾਉਣੇ ਚੱਲਦੇ ਰਹਿੰਦੇ ਨੇ, ਟਿੱਪਣੀਆਂ ਕਰਨੀਆਂ ਵਿਰੋਧੀ ਧਿਰ ਦੇ ਵਿੱਚੋਂ ਤੁਸੀਂ, ਤਾਂ ਟਿੱਪਣੀਆਂ ਵੀ ਤੁਸੀਂ ਕਰੋਗੇ ਯਕੀਨਨ, ਇਹ ਤੁਹਾਡਾ ਫਰਜ਼ ਹੈਗਾ, ਤੁਸੀਂ ਆਪਣੇ ਵੱਲੋਂ ਸਰਕਾਰ ਦੇ ਉੱਪਰ ਟਿੱਪਣੀਆਂ ਕਰਨੀਆਂ ਨੇ। ਪਰ ਨਾਲ ਦੀ ਨਾਲ ਭਗਵੰਤ ਮਾਨ ਨੂੰ ਕੋਈ ਸਲਾਹ ਦੇਣੀ ਚਾਹੋਗੇ? ਕਿਉਂਕਿ ਐਟ ਦੀ ਐਂਡ ਮਸਲਾ ਤਾਂ ਪੰਜਾਬ ਦਾ ਹੈਗਾ, ਜੇ ਕੋਈ ਚੰਗੇ ਕੰਮ ਹੋਣਗੇ ਤਾਂ ਪੰਜਾਬ ਦਾ ਭਲਾ ਹੋਵੇਗਾ। ਕੋਈ ਸਲਾਹ ਦੇਣੀ ਚਾਹੋਗੇ ਭਗਵੰਤ? ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ, ਪੰਜਾਬੀਅਤ ਨੂੰ, ਪੰਜਾਬੀਆਂ ਦੀਆਂ ਭਾਵਨਾਵਾਂ ਨੂੰ, ਇਸ ਧਰਤੀ ਨੂੰ ਅੱਛੀ ਤਰ੍ਹਾਂ ਸਮਝਦੇ ਨੇ। ਪਰ ਮੈਂ ਮਾਨ ਸਾਹਿਬ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ, ਤੁਸੀਂ ਆਪਣੇ ਜਿਹੜੇ ਵਚਨ ਕੀਤੇ ਆ, ਇੱਕ ਵਾਰ ਵਿਧਾਨ ਸਭਾ 'ਚ ਵਚਨ ਕਰਤੇ ਜਾਂ ਕਿਤੇ ਵੀ ਕੁਝ ਬੋਲ ਦਿੱਤਾ, ਆਪਾਂ ਉਹ ਬੋਲੀਏ ਜੋ ਹੋਣਾ ਹੈ। ਆਪਾਂ ਇੰਨੀਆਂ ਕੁ ਪ੍ਰੀਮੈਚੁਰ ਗੱਲਾਂ, ਇੰਨੀਆਂ ਕੁ ਇਮੈਚੁਰ ਗੱਲਾਂ ਕਰ ਚੁੱਕੇ ਹਾਂ ਕਿ ਇੰਨੀਆਂ ਗੱਲਾਂ, ਕੁਝ ਹਾਈ ਕੋਰਟ 'ਚ ਸਟੇ ਹੋ ਗਿਆ, ਕੁਝ ਆਪਣਾ ਵਿਧਾਨ ਸਭਾ ਦੇ ਵਿੱਚ ਕਿਤੇ ਕੁਝ ਬੋਲਿਆ, ਆਪਾਂ ਬਾਹਰ ਜਾ ਕੇ ਕੁਝ ਹੋਰ ਬੋਲਿਆ। ਸੋ ਜੋ ਵੀ ਕਰਨਾ ਹੈ ਪੰਜਾਬ ਦੀ ਬਿਹਤਰੀ ਦੇ ਲਈ ਇੱਕ ਲਾਈਨ ਤੋਂ ਹਟ ਕੇ ਕਰਨਾ ਪਏਗਾ, ਤਾਂ ਹੀ ਜਿਹੜਾ ਪੰਜਾਬ ਦਾ ਭਲਾ ਹੋ ਸਕਦਾ ਹੈ। ਥੈਂਕ ਯੂ। ਡਾਕਟਰ ਰਾਜਕੁਮਾਰ ਚੱਬੇਵਾਲ तमाम ਮਸਲੇ ਤੇ ਬੜੇ ਵਿਭਾਗ ਢੰਗ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੇ 6 ਮਹੀਨੇ ਕਿਹੋ ਜਿਹੇ ਰਹੇ, ਕਿਉਂਕਿ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਦੇ ਵਿੱਚ ਕਿੱਥੇ ਕਮੀਆਂ ਰਹੀਆਂ। ਹਾਲਾਂਕਿ ਹਲੇ 6 ਮਹੀਨੇ ਹੋਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਮਾਂ ਪਿਆ ਹੈਗਾ ਹਲੇ ਆਮ ਆਦਮੀ ਪਾਰਟੀ ਤੋਂ, ਪਰ ਜਿਸ ਤਰੀਕੇ ਨਾਲ ਲਗਾਤਾਰ ਮੰਤਰੀ ਸਾਹਿਬਾਨ ਘਿਰ ਰਹੇ ਨੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੇ ਮਸਲਿਆਂ ਦੇ ਵਿੱਚ, ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਕੱਟੜ ਇਮਾਨਦਾਰ ਹੈਗੇ ਆ, ਤਾਂ ਉਹਨਾਂ ਦੇ ਮੰਤਰੀ ਸਾਹਿਬਾਨ ਜਿਸ ਤਰੀਕੇ ਨਾਲ ਵੱਡੇ ਵੱਡੇ ਵਿਵਾਦਾਂ 'ਚ ਘਿਰ ਰਹੇ ਨੇ, ਜਾਂ ਜਿਸ ਤਰੀਕੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਹਲੇ ਵਫਾ ਨਹੀਂ ਹੋ ਰਹੇ, ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਵਾਲ ਮੰਗਦੀਆਂ ਨੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਚੀਜ਼ਾਂ ਸਾਨੂੰ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।